ਇੱਕ ਵਾਰ ਦੀ ਗੱਲ ਹੈ, ਇੱਕ ਸਾਧੂ ਅਤੇ ਉਸ ਦਾ ਚੇਲਾ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸੀ। ਇੱਕ ਵਾਰ ਜਦੋਂ ਉਹ ਇੱਕ ਪਿੰਡ ਵਿੱਚ ਉਪਦੇਸ਼ ਦੇ ਕੇ ਚੱਲਣ ਹੀ ਵਾਲੇ ਸੀ ਤੇ ਉਸੇ ਸਮੇਂ ਬਹੁਤ ਹੀ ਤੇਜ਼ ਮੀਂਹ ਪੈਣ ਲੱਗ ਜਾਂਦਾ ਏ। ਉਹਨਾਂ ਨੇ ਬਹੁਤ ਦੇਰ ਤੱਕ ਇੰਤਜ਼ਾਰ ਕੀਤਾ ਪਰ ਮੀਂਹ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਤੇ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਸੇ ਪਿੰਡ ਵਿੱਚ ਇੱਕ ਛੋਟੀ ਜਿਹੀ ਕੁਟੀਆ ਬਣਾ ਲੈਣਗੇ ਤੇ ਅਗਲੇ ਕਈ ਹਫ਼ਤਿਆਂ ਤੱਕ ਇਸੇ ਪਿੰਡ ਵਿੱਚ ਰਹਿਣਗੇ। ਉਹਨਾਂ ਨੇ ਪਿੰਡ ਦੇ ਬਾਹਰ ਇੱਕ ਛੋਟੀ ਜਿਹੀ ਕੁਟੀਆ ਬਣਾ ਲਈ ਤੇ ਉਸ ਕੁਟੀਆ ਵਿੱਚ ਰਹਿਣ ਲੱਗ ਜਾਂਦੇ ਨੇ। ਲੋਕਾਂ ਨੂੰ ਉਹਨਾਂ ਦੇ ਉਪਦੇਸ਼ ਤੇ ਉਹਨਾਂ ਦੇ ਦੁਆਰਾ ਸੁਣਾਈਆਂ ਜਾਣ ਵਾਲੀਆਂ ਕਥਾਵਾਂ ਬਹੁਤ ਹੀ ਚੰਗੀਆਂ ਲੱਗਦੀਆਂ ਸੀ। ਇਸੇ ਲਈ ਹਰ ਰੋਜ਼ ਪਿੰਡ ਦੇ ਬਹੁਤ ਸਾਰੇ ਲੋਕ ਉਹਨਾਂ ਦੇ ਉਪਦੇਸ਼ ਸੁਣਨ ਆਉਂਦੇ ਸੀ। ਪਿੰਡ ਦੇ ਲੋਕ ਉਹਨਾਂ ਦੋਹਾਂ ਦੇ ਪ੍ਰਤੀ ਬਹੁਤ ਇੱਜ਼ਤ ਤੇ ਪਿਆਰ ਰੱਖਦੇ ਸੀ ਤੇ ਉਹਨਾਂ ਦੋਵਾਂ ਨੂੰ ਬਹੁਤ ਹੀ ਮਾਣ ਸਨਮਾਨ ਦਿੰਦੇ ਸੀ। ਉਹ ਉਹਨਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰਦੇ ਤੇ ਪਿੰਡ ਦੇ ਬਹੁਤ ਸਾਰੇ ਲੋਕ ਤਾਂ ਉਹਨਾਂ ਦੇ ਉਪਦੇਸ਼ ਸੁਣਨ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਤੋਹਫੇ ਵੀ ਦੇ ਕੇ ਜਾਂਦੇ ਸੀ। ਇਸ ਤਰ੍ਹਾਂ ਉਹ ਸਾਧੂ ਅਤੇ ਉਸ ਦਾ ਚੇਲਾ ਬਹੁਤ ਦਿਨਾਂ ਤੱਕ ਉਸ ਪਿੰਡ ਵਿੱਚ ਰੁਕੇ ਰਹੇ। ਫਿਰ ਇੱਕ ਦਿਨ ਅਚਾਨਕ ਉਸ ਸਾਧੂ ਨੇ ਆਪਣੇ ਚੇਲੇ ਨੂੰ ਕਿਹਾ ਕਿ ਅਸੀਂ ਬਹੁਤ ਦਿਨਾਂ ਤੋਂ ਇਸ ਪਿੰਡ ਵਿੱਚ ਰੁਕੇ ਹੋਏ ਹਾਂ, ਹੁਣ ਸਾਨੂੰ ਇੱਥੋਂ ਜਾਣਾ ਚਾਹੀਦਾ ਏ। ਸਾਧੂ ਦੀ ਇਹ ਗੱਲ ਸੁਣ ਕੇ ਚੇਲੇ ਨੇ ਕਿਹਾ, ਪਰ ਕਿਉਂ ਗੁਰੂ ਜੀ? ਇਸ ਪਿੰਡ ਦੇ ਲੋਕ ਤਾਂ ਕਿੰਨੇ ਜ਼ਿਆਦਾ ਚੰਗੇ ਨੇ, ਇਹ ਸਾਡਾ ਕਿੰਨਾ ਜ਼ਿਆਦਾ ਮਾਣ ਸਨਮਾਨ ਕਰਦੇ ਨੇ ਤੇ ਸਾਨੂੰ ਬਹੁਤ ਸਾਰੇ ਤੋਹਫੇ ਵੀ ਦਿੰਦੇ ਨੇ। ਕਿਉਂ ਨਾ ਅਸੀਂ ਇੱਥੇ ਥੋੜੇ ਦਿਨ ਹੋਰ ਰੁਕ ਜਾਈਏ, ਉਸ ਤੋਂ ਬਾਅਦ ਅਸੀਂ ਇੱਥੋਂ ਚਲੇ ਜਾਵਾਂਗੇ। ਉਦੋਂ ਤੱਕ ਸਾਡੇ ਕੋਲ ਬਹੁਤ ਸਾਰਾ ਦਾਨ ਦਕਸ਼ਨਾ ਤੇ ਤੋਹਫੇ ਵੀ ਇਕੱਠੇ ਹੋ ਜਾਣਗੇ। ਆਪਣੇ ਚੇਲੇ ਦੇ ਮੂੰਹੋਂ ਅਜਿਹੀ ਗੱਲ ਸੁਣਨ ਤੋਂ ਬਾਅਦ ਗੁਰੂ ਜੀ ਨੇ ਕਿਹਾ, ਨਹੀਂ, ਹੁਣ ਅਸੀਂ ਇੱਥੇ ਹੋਰ ਸਮਾਂ ਨਹੀਂ ਰੁਕ ਸਕਦੇ। ਅਸੀਂ ਇੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਸਮਾਂ ਰੁਕ ਚੁੱਕੇ ਹਾਂ ਤੇ ਅਸੀਂ ਧਨ ਅਤੇ ਤੋਹਫੇ ਇਕੱਠੇ ਕਰਕੇ ਕੀ ਲੈਣਾ ਏ? ਇਹ ਸਭ ਚੀਜ਼ਾਂ ਸਾਡੇ ਸਾਧੂਆਂ ਲਈ ਕਿਸੇ ਕੰਮ ਦੀਆਂ ਨਹੀਂ ਨੇ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਮੋਹ ਵੀ ਨਹੀਂ ਕਰਨਾ ਚਾਹੀਦਾ। ਅਸੀਂ ਤਾਂ ਤਿਆਗ ਦੇ ਮਾਰਗ ਤੇ ਚੱਲਦੇ ਹਾਂ, ਫਿਰ ਅਸੀਂ ਇਸ ਧਨ ਤੋਂ ਕੀ ਲੈਣਾ ਹੈ? ਗੁਰੂ ਨੇ ਚੇਲੇ ਨੂੰ ਕਿਹਾ, ਅਸੀਂ ਅੱਜ ਹੀ ਇੱਥੋਂ ਜਾਵਾਂਗੇ ਤੇ ਸਾਨੂੰ ਜੋ ਕੁਝ ਵੀ ਤੋਹਫਿਆਂ ਦੇ ਰੂਪ ਵਿੱਚ ਮਿਲਿਆ ਏ ਤੇ ਉਹ ਸਾਰੀਆਂ ਚੀਜ਼ਾਂ ਇੱਥੇ ਹੀ ਛੱਡ ਕੇ ਜਾਣੀਆਂ ਨੇ ਤੇ ਅਸੀਂ ਖਾਲੀ ਹੱਥ ਹੀ ਇੱਥੋਂ ਜਾਵਾਂਗੇ। ਪਰ ਚੇਲਾ ਤਾਂ ਉਹ ਸਾਰੇ ਤੋਹਫੇ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਪਰ ਉਹ ਆਪਣੇ ਗੁਰੂ ਦੀ ਆਗਿਆ ਦਾ ਉਲੰਘਣ ਵੀ ਨਹੀਂ ਕਰ ਸਕਦਾ ਸੀ। ਇਸ ਲਈ ਉਹ ਜਾਂਦਾ ਜਾਂਦਾ ਕੁਝ ਚਾਂਦੀ ਦੇ ਸਿੱਕੇ ਬਿਨਾਂ ਆਪਣੇ ਗੁਰੂ ਜੀ ਨੂੰ ਦੱਸੇ ਆਪਣੇ ਕੱਪੜਿਆਂ ਵਾਲੀ ਗਠੜੀ ਵਿੱਚ ਲੁਕੋ ਲੈਂਦਾ ਏ। ਜਿਵੇਂ ਹੀ ਉਹ ਕੁਝ ਦੂਰ ਗਏ, ਉਹਨਾਂ ਨੂੰ ਰਸਤੇ ਵਿੱਚ ਇੱਕ ਬਹੁਤ ਵੱਡੀ ਨਦੀ ਦਿਖਾਈ ਦਿੰਦੀ ਏ। ਉਹ ਜਿਸ ਪਿੰਡ ਵਿੱਚ ਉਪਦੇਸ਼ ਦੇਣ ਲਈ ਜਾਣਾ ਚਾਹੁੰਦੇ ਸੀ, ਉੱਥੇ ਤੱਕ ਪਹੁੰਚਣ ਲਈ ਉਹਨਾਂ ਨੂੰ ਇਸ ਨਦੀ ਨੂੰ ਪਾਰ ਕਰਨਾ ਪੈਣਾ ਸੀ। ਜਦੋਂ ਉਹ ਨਦੀ ਨੂੰ ਪਾਰ ਕਰਨ ਲਈ ਨਦੀ ਦੇ ਕਿਨਾਰੇ ਪਹੁੰਚੇ ਤਾਂ ਉੱਥੇ ਇੱਕ ਕਿਸ਼ਤੀ ਚਾਲਕ ਬੈਠਾ ਹੋਇਆ ਸੀ। ਉਸਨੇ ਉਹਨਾਂ ਨੂੰ ਦੇਖਦੇ ਹੀ ਕਿਹਾ, ਮੈਂ ਤੁਹਾਨੂੰ ਨਦੀ ਪਾਰ ਕਰਵਾ ਸਕਦਾ ਹਾਂ। ਉਂਝ ਤਾਂ ਮੈਂ ਲੋਕਾਂ ਤੋਂ ਨਦੀ ਪਾਰ ਕਰਵਾਉਣ ਦੇ 2 ਚਾਂਦੀ ਦੇ ਸਿੱਕੇ ਲੈਂਦਾ ਹਾਂ, ਪਰ ਕਿਉਂਕਿ ਤੁਸੀਂ ਸਾਧੂ ਹੋ, ਇਸ ਲਈ ਮੈਂ ਤੁਹਾਨੂੰ ਕੇਵਲ 1 ਚਾਂਦੀ ਦੇ ਸਿੱਕੇ ਦੇ ਬਦਲੇ ਹੀ ਇਹ ਨਦੀ ਪਾਰ ਕਰਾ ਦੇਵਾਂਗਾ। ਕਿਉਂਕਿ ਸਾਧੂ ਅਤੇ ਉਸਦੇ ਚੇਲੇ ਦੇ ਕੋਲ ਚਾਂਦੀ ਦੇ ਸਿੱਕੇ ਨਹੀਂ ਸੀ, ਇਸ ਲਈ ਉਹ ਕਿਸ਼ਤੀ ਚਾਲਕ ਨੂੰ ਬਿਨਾਂ ਕੁਝ ਬੋਲੇ ਚੁੱਪਚਾਪ ਨਦੀ ਦੇ ਕਿਨਾਰੇ ਆ ਕੇ ਬੈਠ ਗਏ। ਭਾਵੇਂ ਕਿ ਚੇਲੇ ਨੇ ਚਾਂਦੀ ਦੇ ਸਿੱਕੇ ਆਪਣੀ ਗਠੜੀ ਵਿੱਚ ਲੁਕੋ ਰੱਖੇ ਸੀ, ਪਰ ਉਹ ਉਹਨਾਂ ਸਿੱਕਿਆਂ ਨੂੰ ਕੱਢ ਨਹੀਂ ਸਕਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਗੁਰੂ ਜੀ ਉਸ ਤੇ ਗੁੱਸਾ ਕਰਨਗੇ। ਇਸ ਲਈ ਉਹ ਵੀ ਗੁਰੂ ਜੀ ਦੇ ਨਾਲ ਚੁੱਪਚਾਪ ਇਹ ਸੋਚ ਕੇ ਬੈਠਾ ਰਿਹਾ ਕਿ ਦੇਖਦੇ ਹਾਂ ਕਿ ਬਿਨਾਂ ਸਿੱਕਿਆਂ ਤੋਂ ਗੁਰੂ ਜੀ ਕਿਵੇਂ ਨਦੀ ਪਾਰ ਕਰਦੇ ਨੇ। ਪਰ ਗੁਰੂ ਜੀ ਇਹ ਸੋਚ ਕੇ ਕਿਨਾਰੇ ਤੇ ਬੈਠੇ ਰਹੇ ਕਿ ਹੋ ਸਕਦਾ ਕੁਝ ਦੇਰ ਬਾਅਦ ਕਿਸ਼ਤੀ ਚਾਲਕ ਖੁਦ ਹੀ ਬਿਨਾਂ ਸਿੱਕਿਆਂ ਤੋਂ ਉਹਨਾਂ ਨੂੰ ਨਦੀ ਪਾਰ ਕਰਾ ਦੇਵੇ, ਜਾਂ ਫਿਰ ਜਿਸ ਪਿੰਡ ਤੋਂ ਉਹ ਆਏ ਹਨ
ਉਸ ਪਿੰਡ ਦਾ ਕੋਈ ਵਿਅਕਤੀ ਉੱਥੋਂ ਲੰਘੇ ਤੇ ਉਹਨਾਂ ਦੇ ਹਿੱਸੇ ਦਾ ਕਿਰਾਇਆ ਵੀ ਉਸ ਕਿਸ਼ਤੀ ਚਾਲਕ ਨੂੰ ਦੇ ਦੇਵੇ। ਪਰ ਨਾ ਤਾਂ ਕਿਸ਼ਤੀ ਚਾਲਕ ਨੇ ਕੁਝ ਕਿਹਾ, ਨਾ ਹੀ ਕੋਈ ਪਿੰਡ ਦਾ ਵਿਅਕਤੀ ਉੱਥੋਂ ਲੰਘਿਆ। ਉੱਥੇ ਬੈਠੇ ਬੈਠੇ ਸ਼ਾਮ ਹੋ ਗਈ, ਪਰ ਡਰ ਦੇ ਕਾਰਨ ਨਾ ਤਾਂ ਚੇਲੇ ਨੇ ਗਠੜੀ ਵਿੱਚੋਂ ਸਿੱਕੇ ਕੱਢੇ ਤੇ ਨਾ ਹੀ ਕਿਸ਼ਤੀ ਚਾਲਕ ਬਿਨਾਂ ਸਿੱਕਿਆਂ ਤੋਂ ਉਹਨਾਂ ਨੂੰ ਨਦੀ ਪਾਰ ਕਰਵਾਉਣ ਲਈ ਤਿਆਰ ਸੀ। ਹਨੇਰਾ ਹੋਣ ਲੱਗ ਪਿਆ ਸੀ, ਪਰ ਉਹ ਦੋਵੇਂ ਹਲੇ ਵੀ ਉੱਥੇ ਹੀ ਬੈਠੇ ਹੋਏ ਸੀ। ਇਹ ਦੇਖ ਕੇ ਕਿਸ਼ਤੀ ਚਾਲਕ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, ਆਤਮਾ ਜੀ, ਰਾਤ ਹੋਣ ਵਾਲੀ ਹੈ ਤੇ ਰਾਤ ਦੇ ਸਮੇਂ ਤੁਹਾਡਾ ਇੱਥੇ ਰੁਕਣਾ ਖਤਰਨਾਕ ਹੋ ਸਕਦਾ ਏ, ਕਿਉਂਕਿ ਬਹੁਤ ਸਾਰੇ ਖੂੰਖਾਰ ਜਾਨਵਰ ਰਾਤ ਵੇਲੇ ਇਸ ਨਦੀ ਵਿੱਚੋਂ ਪਾਣੀ ਪੀਣ ਲਈ ਆਉਂਦੇ ਨੇ ਤੇ ਤੁਹਾਡੇ ਦੋਵਾਂ ਨਾਲ ਕੁਝ ਵੀ ਹੋ ਸਕਦਾ ਏ। ਇਸ ਲਈ ਜਾਂ ਤਾਂ ਤੁਸੀਂ ਜਿੱਥੋਂ ਆਏ ਹੋ ਉੱਥੇ ਵਾਪਸ ਚਲੇ ਜਾਓ, ਜਾਂ ਫਿਰ ਮੈਨੂੰ ਸਿੱਕੇ ਦੇ ਕੇ ਇਹ ਨਦੀ ਪਾਰ ਕਰ ਲਓ ਤੇ ਉਂਝ ਵੀ ਕੁਝ ਸਮੇਂ ਬਾਅਦ ਮੈਂ ਵੀ ਆਪਣੀ ਕਿਸ਼ਤੀ ਲੈ ਕੇ ਇੱਥੋਂ ਜਾਣ ਵਾਲਾ ਹਾਂ। ਜਿਵੇਂ ਹੀ ਚੇਲੇ ਨੇ ਉਸ ਕਿਸ਼ਤੀ ਚਾਲਕ ਦੇ ਮੂੰਹੋਂ ਖਤਰੇ ਦੀ ਗੱਲ ਸੁਣੀ, ਉਹ ਬਹੁਤ ਡਰ ਗਿਆ ਸੀ। ਉਸਨੇ ਤੁਰੰਤ ਹੀ ਆਪਣੀ ਗਠੜੀ ਵਿੱਚੋਂ 2 ਚਾਂਦੀ ਦੇ ਸਿੱਕੇ ਕੱਢੇ ਤੇ ਕਿਸ਼ਤੀ ਚਾਲਕ ਨੂੰ ਦਿੰਦੇ ਹੋਏ ਕਿਹਾ, ਕਿਰਪਾ ਕਰਕੇ ਸਾਨੂੰ ਜਲਦੀ ਨਾਲ ਨਦੀ ਪਾਰ ਕਰਵਾ ਦਿਓ। ਕਿਸ਼ਤੀ ਚਾਲਕ ਨੇ ਸਿੱਕੇ ਲੈ ਕੇ ਉਹਨਾਂ ਨੂੰ ਨਦੀ ਪਾਰ ਕਰਵਾ ਦਿੱਤੀ। ਨਦੀ ਪਾਰ ਕਰਨ ਤੋਂ ਬਾਅਦ ਗੁਰੂ ਜੀ ਨੇ ਚੇਲੇ ਨੂੰ ਕਿਹਾ, ਜਦੋਂ ਮੈਂ ਤੈਨੂੰ ਕੁਝ ਵੀ ਲੈਣ ਤੋਂ ਮਨਾ ਕੀਤਾ ਸੀ ਤਾਂ ਫਿਰ ਤੂੰ ਆਪਣੀ ਗਠੜੀ ਵਿੱਚ ਇਹ ਚਾਂਦੀ ਦੇ ਸਿੱਕੇ ਕਿਉਂ ਰੱਖ ਲਏ ਸੀ? ਤੂੰ ਮੇਰੀ ਗੱਲ ਕਿਉਂ ਨਹੀਂ ਮੰਨੀ? ਚੇਲੇ ਨੇ ਕਿਹਾ, ਗੁਰੂ ਜੀ, ਜੇ ਇਹ ਚਾਂਦੀ ਦੇ ਸਿੱਕੇ ਮੇਰੀ ਗਠੜੀ ਵਿੱਚ ਨਾ ਹੁੰਦੇ ਤਾਂ ਅਸੀਂ ਬਹੁਤ ਵੱਡੀ ਮੁਸੀਬਤ ਵਿੱਚ ਪੈ ਸਕਦੇ ਸੀ। ਰਾਤ ਦਾ ਸਮਾਂ ਹੋ ਚੁੱਕਾ ਸੀ ਤੇ ਸਾਡੇ ਨਾਲ ਕੁਝ ਵੀ ਹੋ ਸਕਦਾ ਸੀ। ਇਹਨਾਂ ਸਿੱਕਿਆਂ ਨੇ ਹੀ ਸਾਨੂੰ ਸੁਰੱਖਿਆ ਦਿੱਤੀ ਹੈ ਤੇ ਤੁਸੀਂ ਧੰਨਵਾਦ ਕਰਨ ਦੀ ਥਾਂ ਮੈਨੂੰ ਡਾਂਟ ਰਹੇ ਹੋ। ਇਹ ਸੁਣ ਕੇ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ, ਜਦੋਂ ਤੱਕ ਇਹ ਸਿੱਕੇ ਤੇਰੀ ਗਠੜੀ ਵਿੱਚ ਬੰਦ ਸਨ ਉਦੋਂ ਤੱਕ ਅਸੀਂ ਮੁਸੀਬਤ ਵਿੱਚ ਸੀ, ਪਰ ਜਿਵੇਂ ਹੀ ਤੂੰ ਇਹਨਾਂ ਨੂੰ ਬਾਹਰ ਕੱਢਿਆ ਮੁਸੀਬਤ ਖਤਮ ਹੋ ਗਈ ਤੇ ਮੈਂ ਤੈਨੂੰ ਇਹੀ ਸਮਝਾਉਣ ਦਾ ਯਤਨ ਕਰ ਰਿਹਾ ਸੀ ਕਿ ਅਸਲ ਖੁਸ਼ੀ ਦੇਣ ਵਿੱਚ ਹੈ, ਤਿਆਗ ਕਰਨ ਵਿੱਚ ਹੈ। ਤੂੰ 2 ਸਿੱਕਿਆਂ ਦਾ ਤਿਆਗ ਕੀਤਾ ਤੇ ਨਤੀਜਾ ਤੇਰੇ ਸਾਹਮਣੇ ਏ। ਆਪਣੇ ਗੁਰੂ ਦੀਆਂ ਇਹ ਗੱਲਾਂ ਸੁਣਦੇ ਹੀ ਚੇਲੇ ਨੂੰ ਸਭ ਕੁਝ ਸਮਝ ਆ ਜਾਂਦਾ ਏ। ਉਸਨੇ ਬਚੇ ਹੋਏ ਚਾਂਦੀ ਦੇ ਸਿੱਕੇ ਗਰੀਬਾਂ ਵਿੱਚ ਵੰਡ ਦਿੱਤੇ ਤੇ ਉਹ ਦੋਵੇਂ ਅੱਗੇ ਵੱਲ ਚੱਲ ਪਏ। ਸੋ ਦੋਸਤੋ, ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੁਨਿਆਵੀ ਚੀਜ਼ਾਂ ਨਾਲ ਜ਼ਿਆਦਾ ਮੋਹ ਪਿਆਰ ਨਹੀਂ ਰੱਖਣਾ ਚਾਹੀਦਾ। ਸਾਨੂੰ ਸਾਡੀ ਅੰਦਰੂਨੀ ਖੁਸ਼ੀ ਤੇ ਧਿਆਨ ਦੇਣਾ ਚਾਹੀਦਾ ਏ ਤੇ ਕੇਵਲ ਓਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਇੱਕ ਸੁਖੀ ਜੀਵਨ ਜਿਉਣ ਲਈ ਜ਼ਰੂਰੀ ਏ, ਨਾ ਕਿ ਦੂਜਿਆਂ ਨੂੰ ਦਿਖਾਵਾ ਕਰਨ ਦੇ ਲਈ ਤੇ ਨਾ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਅਮੀਰ ਦਿਖਣ ਦੇ ਲਈ। ਤੇ ਕਈ ਵਾਰ ਸਾਡੀ ਇਹੀ ਗਲਤੀ ਸਾਨੂੰ ਬਹੁਤ ਵੱਡੀ ਮੁਸੀਬਤ ਵਿੱਚ ਪਾ ਦਿੰਦੀ ਏ। ਦੋਸਤੋ, ਉਮੀਦ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਇਹੋ ਜਿਹੀਆਂ ਹੋਰ ਮੋਟੀਵੇਸ਼ਨ ਕਹਾਣੀਆਂ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੀ ਅਗਲੀ ਕਹਾਣੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।